चलो ठीक है, देखो दोबारा दसदा हुण जिवें अपने कोल आ गया यूरेनियम, ठीक है, यूरेनियम दे विचों आपां ने अल्फा बार कढ लिया, ठीक है, अपने कोल आ नवा न्यूक्लियस बन गया, थोरियम कहता, एंड दिस इज कॉल्ड डॉटर न्यूक्लियस एंड दिस इज कॉल्ड पेरेंट न्यूक्लियस, ठीक है। नॉर्मल डीके है, कुछ भी नहीं गा, ते बस आपां नूं याद सिर्फ इन्नी गल रखनी है कि दिस काइंड ऑफ डीके इज स्पॉन्टेनियस। सोचा जाए तो अपने जिहड़े एटम बॉम्ब ने, न्यूक्लीयर बॉम्ब ब्लास्ट हुंदे है, थर्मल पावर प्लांट सॉरी न्यूक्लीयर पावर प्लांट्स ने, उन्हां दे विच आपां यूज करते हैं, वो रेडियो एक्टिविटी नहीं है। रेडियो एक्टिविटी का की मतलब बड़े प्यार नाल आपे हो जाता है, जिवें आपने डिस्कवर किवें कीता, दराज दे विच तुसीं यूरेनियम रखिया होया, उदों विचों तुसीं देखिया कि सिल्वर दा पेपर तुहाडा काला पै गया, तुहानूं पता लग गया रेडियो। सो इट मीनस देयर इज नो एक्सप्लोजन, नथिंग, कोई ਇਹਦੇ ਵਿੱਚ ਵਾਇਲੈਂਟ ਇਵੈਂਟ ਨਹੀਂ ਹੈਗਾ, नो एक्सप्लोजन नो इवेंट। ਤੁਸੀਂ कह लो कि जिवें किचन च पानी डुल गया, ਹੁਣ ਉਹ पानी आपे ही कुछ समय बाद ਤੁਸੀਂ ਆਏ ਉੱਥੇ देयर वाज नो वाटर देयर, ਤਾਂ ਤੁਸੀਂ ਕਿਹਾ ਕਿ ਯਾਰ ਪਾਣੀ ਕਿੱਥੇ ਗਿਆ, ਇੱਥੇ ਮੈਂ ਪਾਣੀ ਡੋਲਿਆ ਸੀ, ਉਹ ਪਾਣੀ ਆਪਣਾ ਆਪੇ ਆਪ ਹੀ ਗਾਇਬ ਹੋ ਗਿਆ ਉੱਥੋਂ। ਉਵੇਂ ਹੀ ਆਪਣੇ ਨਾਲ ਹੁੰਦਾ, ਇਹ ਆਪੇ ਹੋਣ ਲੱਗ ਜਾਂਦੇ ਚੀਜ਼ਾਂ, ਇਹ ਆਪੇ ਹੀ ਇੱਥੋਂ ਦੀ ਲੀਕ ਆਊਟ ਹੋਣ ਲੱਗ ਗਿਆ ਤੇ ਇੱਥੇ ਬਣ ਗਿਆ ਆਪਣਾ ਡਾਟਰ ਨਿਊਕਲੀਅਸ। ਹੁਣ ਇਹ ਹੈਗਾ ਐਕਸਾਈਟਡ ਸਟੇਟ ਦੇ ਵਿੱਚ, ਜਦੋਂ ਇਹਨੂੰ ਮੈਂ ਡਾਟਰ ਨਿਊਕਲੀਅਸ ਇਨ ਗਰਾਊਂਡ ਸਟੇਟ ਦੀ ਗੱਲ ਕਰੂੰਗਾ ਤਾਂ ਐਟ ਦੈਟ ਟਾਈਮ ਆਪਣੇ ਕੋਲੇ ਕੀ ਹੋਊਗਾ, ਇੱਥੋਂ ਦੀ ਗਾਮਾ ਰੇਜ਼ ਆਪਣੇ ਕੋਲੇ ਇਮਿਟ ਹੋਣਗੀਆਂ। ਤਾਂ ਤੁਸੀਂ ਇਹ ਦੇਖੋ ਵੀ ਇਸ ਡਾਇਗਰਾਮ ਦੇ ਵਿੱਚ ਇਹਨਾਂ ਨੇ ਗਾਮਾ ਰੇਜ਼ ਨੂੰ ਵੀ ਆਪਾਂ ਨੇ ਸ਼ੋ ਕਰਤਾ। ਆਹ ਸੀ ਥੋਰੀਅਮ, ਇੱਥੇ ਸੇਮ ਟੂ ਸੇਮ ਥੋਰੀਅਮ ਹੈ 23490 23490, there is no difference. The only thing is this is excited and this is in ground state. ਇੰਨੀ ਗੱਲ ਲਿਖਣੀ ਹੈ, ਇੱਥੋਂ ਦੀ ਗਾਮਾ ਰਿਲੀਜ਼ ਹੋ ਗਿਆ, ਬੀਟਾ ਰਿਲੀਜ਼ ਇੱਥੇ ਸ਼ੋ ਨਹੀਂ ਕੀਤਾ ਗਿਆ, ਠੀਕ ਹੈ, ਬੀਟਾ ਸ਼ੋ ਨਹੀਂ ਕੀਤਾ ਗਿਆ। ਆਪਾਂ ਰਿਐਕਸ਼ਨ ਕਿਵੇਂ ਸ਼ੋ ਕਰਾਂਗੇ, ਆ ਸੀ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਣੀ ਹੈ ਬੇਟਾ ਕਿ ਅਲਫਾ ਨੂੰ ਆਪਾਂ ਐਂ ਲਿਖ ਸਕਦੇ ਹਾਂ, ਇਹਦੇ ਵਿੱਚ ਕੋਈ ਵੀ ਡਾਊਟ ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਹੈ ਇਟ ਇਜ਼ ਅ ਹੀਲੀਅਮ ਐਟਮ ਜਿਹਦੇ ਵਿੱਚੋਂ ਦੇ ਆਪਾਂ ਇਲੈਕਟ੍ਰੋਨ ਖੋਲੇ, ਆਪਣੇ ਕੋਲੇ ਕੀ ਬਚ ਗਿਆ, ਹੀਲੀਅਮ ਦਾ ਨਿਊਕਲੀਅਸ ਬਚ ਗਿਆ, ਸੋ that will be known as alpha particle, this is alpha। ਗੱਲ ਕਲੀਅਰ। ਹੁਣ ਇੱਥੋਂ ਦੀ ਆਪਣੇ ਕੋਲੇ ਆ ਬਣ ਗਿਆ ਅਲਫਾ ਤੇ ਆ ਆ ਗਈ ਆਪਣੇ ਕੋਲੇ ਹੀਟ, this is uranium and this is thorium। ਗੱਲ ਕਲੀਅਰ। ਫਿਰ ਗਾਮਾ ਰੇਡੀਏਸ਼ਨ ਕੀ ਆ ਗਿਆ ਆਪਣੇ ਕੋਲੇ, ਇਲੈਕਟ੍ਰੋਮੈਗਨੈਟਿਕ ਵੇਵ। ਪਹਿਲੀ ਗੱਲ ਤਾਂ ਇਟ ਇਜ਼ ਨਾਟ ਅ ਪਾਰਟੀਕਲ, ਇਟ ਇਜ਼ ਅ ਵੇਵ। ਇਲੈਕਟ੍ਰੋਮੈਗਨੈਟਿਕ ਵੇਵ, the photons of which will be emitted only if the protons in the nuclear de-excite। ਇੱਥੋਂ ਦੀ ਆ de-excitation ਹੋਣੀ ਚਾਹੀਦੀ ਹੈ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਦੀ। Energy radiation has a very high frequency and it is having a very short wavelength and this is high power, this is very very dangerous for human being। पूरी जनता दे वास्ते, जानवरां वास्ते, अपनी प्रकृति दे वास्ते गामा रेज एक मृत्यु लैके आउंदी है, चाहे वो किते भी होवे। अपने कोल एक एग्जाम्पल हैगा, जिवें मैं तुहानूं दसां यूक्रेन दे विच जगह हैगी है, ਉਹਦਾ ਕੀ नाम है, चलो एक्सप्लोजन के बारे अपने गल हो ही रही है तो मैं तुहानूं दसदा। यूक्रेन की न्यूक्लियर एक्सप्लोजन दियां मैं तुहानूं इमेजेस तुहानूं इत्थे शो करना। ਇਹ ਕੋਈ ਇੱਕ ਨਿਊਕਲੀਅਸ, ਇੱਕ ਨਾ ਨਿਊਕਲੀਅਰ ਇੱਥੇ ਪਾਵਰ ਪਲਾਂਟ ਸੀ, और न्यूक्लियर पावर प्लांट ਦੇ ਵਿੱਚ एक्सप्लोजन हो गया। सो दिस इज व्हाट इज लेफ्ट, यू कैन सी, ਇੱਥੋਂ ਦੇਖਿਓ ਚਰਨੋਬਾਈਲ, ਯੈਸ ਇਹ ਤਾਂ ਕਿਤੇ ਹੋਰ ਹੀ ਲੈ ਗਿਆ। ਹੁਣ ਆ ਜਿਹੜੀ ਇਮੇਜ ਹੈਗੀ ਹੈ, ਆ ਦੇਖੋ। ਹੁਣ ਆ ਇਮੇਜ ਨੂੰ ਦੇਖਣ ਦੀ ਕੋਸ਼ਿਸ਼ ਕਰੋ, ਹੈ ਕੀ ਬੇਸਿਕਲੀ ਇੱਕ ਬਹੁਤ ਵਧੀਆ ਸ਼ਹਿਰ ਬਸਿਆ ਹੋਇਆ ਹੈ, ਉਹਦੇ ਵਿੱਚ ਆਪਣੇ ਕੋਲ ਇੱਥੇ ਆਪਣੇ ਕੋਲ ਝੂਲੇ ਹੈ, ਜਿਵੇਂ ਬੱਚੇ ਜਦੋਂ ਖੇਡਦੇ ਹੁੰਦੇ ਆ ਉਹ ਝੂਲਾ ਲੱਗਿਆ ਹੋਇਆ ਹੈ। ਬਟ ਵਾਟ ਇਜ਼ ਦਿਸ ਫੋਰੈਸਟ, ਐਕਚੁਅਲੀ ਇਹ ਸ਼ਹਿਰ ਸੀਗਾ ਇੱਕ ਬਹੁਤ ਵੱਡਾ ਸ਼ਹਿਰ, ਇਹ ਸਾਰਾ ਸ਼ਹਿਰ ਬਰਬਾਦ ਹੋ ਗਿਆ। ਇੱਥੋਂ ਦੀ ਇਹੋ ਜਿਹਾ ਐਕਸਪਲੋਜਨ ਹੋਇਆ ਕਿ nobody knows what happens। ਆ ਦੇਖੋ ਇੱਥੋਂ ਦੇ ਜਾਨਵਰ ਮਿਲੇ ਹੈ ਜੇ, ਇਸ ਤਰ੍ਹਾਂ ਦੀ ਮਿਊਟੇਸ਼ਨ ਹੋ ਗਈ ਜਾਨਵਰਾਂ ਦੀ, ਬਹੁਤ ਹੀ ਡਿਫਰੈਂਟ ਮਿਊਟੇਸ਼ਨ ਹੋ ਗਈ ਤੇ ਬਹੁਤ ਹੀ ਜ਼ਬਰਦਸਤ ਮਤਲਬ ਇਹ ਐਕਸਪਲੋਜਨ ਸੀਗਾ। ਆ ਦੇਖ ਸਕਦੇ ਹੋ ਤੁਸੀਂ, ਜਿਵੇਂ ਕਿ ਆ ਇਹ ਤੁਹਾਡਾ ਉੱਥੇ ਬੱਚਿਆਂ ਦਾ ਖੇਡਣ ਵਾਲੀਆਂ ਉਹ ਕਾਰਾਂ ਨੇ, ਤੁਸੀਂ ਵੀ ਬੜੀ ਵਾਰ ਇੱਥੇ ਝੂਲੇ ਲਿੱਤੇ ਹੋਣੇ ਆ ਇਸ ਤਰ੍ਹਾਂ ਦੇ। ਆ ਦੇਖੋ ਇਸ ਤਰ੍ਹਾਂ ਦੇ ਆਪਣੇ ਪਲੇਗਰਾਉਂਡਸ ਨੇ ਜਿੱਥੇ ਖੇਡੇ ਆ। ਦਿਸ ਇਜ਼ ਵਾਟ ਇਜ਼ ਲੈਫਟ ਟੂਡੇ देयर। ਵਾਈ? ਬਿਕੋਜ਼ ਪੀਪਲ ਹੈਵ ਰਨ ਅਵੇ, ਭੱਜ ਕੇ ਛੱਡ ਗਏ ਸ਼ਹਿਰ ਨੂੰ,
ਉਹਨਾਂ ਨੂੰ ਕਹਿਤਾ ਕਿ ਭਾਈ ਸ਼ਹਿਰ ਛੱਡ ਕੇ ਭਾਜੋ, ਇਹ ਸ਼ਹਿਰ 'ਚ ਬਲਾਸਟ ਹੋ ਚੁੱਕਿਆ ਹੈਗਾ ਤੇ ਲੀਕੇਜ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਖਤਰਨਾਕ ਲੀਕੇਜ ਹੋ ਰਹੀ ਹੈ ਤੇ ਵੀ ਵਿਲ ਨਾਟ ਸਰਵਾਈਵ। ਲੋਕੀ ਭੱਜ ਗਏ ਉੱਥੋਂ ਦੀ ਛੱਡ ਕੇ, ਘਰ ਦੇ ਘਰ ਆਈ ਦੀ ਆਈ ਛੱਡ ਕੇ ਚਲੇ ਗਏ। ਤੁਸੀਂ ਇਹਦੀਆਂ ਹੋਰ ਇਮੇजेस ਦੇਖੋਗੇ ਨਾ ਤਾਂ ਅੱਖਾਂ ਖੋਲਣ ਵਾਲੀਆਂ ਇਮੇजेस ਨੇ, ਮਤਲਬ ਬੰਦਾ ਡਰ ਜੇ ਕਿ ਯਾਰ ਇਸ ਤਰ੍ਹਾਂ ਦੀਆਂ ਇਮੇजेस ਵੀ ਆਪਾਂ ਨੂੰ ਮਤਲਬ ਮਾਨਵਤਾ ਆ ਦੇਖੋ ਤੁਸੀਂ ਇਸ ਤਰ੍ਹਾਂ ਦੀਆਂ ਮਤਲਬ ਇਹ ਚੀਜ਼ਾਂ ਨੇ, ਇਹ ਹਸਪੀਟਲਸ ਨੇ ਤੇ ਹੋਰ ਲੋਕੀ ਆਪਦਾ ਸਮਾਨ ਛੱਡ ਕੇ ਭੱਜ ਗਏ ਉੱਥੋਂ ਦੀ। ਐਂਡ ਦਿਸ ਇਜ਼ ਵਟ ਇਜ਼ ਲੈਫਟ देयर ਨਾਓ। ਇਹ ਸ਼ਹਿਰ ਹੈ ਪੂਰਾ ਦਾ ਪੂਰਾ। ਯੂਕਰੇਨ ਉਦੋਂ ਰਸ਼ੀਆ ਦਾ ਪਾਰਟ ਹੁੰਦਾ ਸੀਗਾ ਕਿਸੇ ਜ਼ਮਾਨੇ ਦੇ ਵਿੱਚ, ਹੁਣ ਨਹੀਂ ਹੈ। ਤਾਂ ਇਹ ਅੱਜ ਵੀ ਇਹਨੂੰ ਆਪਾਂ ਰੈੱਡ ਫੋਰੈਸਟ ਕਹਿੰਦੇ ਆ, ਰੈੱਡ ਫੋਰੈਸਟ, ਕਿਉਂਕਿ ਉੱਥੋਂ ਦੇ ਜਿਹੜੇ ਜੰਗਲ ਹੈਗੇ ਆ ਉਹ ਹੁਣ ਅੱਜ ਕੱਲ ਗ੍ਰੀਨ ਨਹੀਂ ਹੁੰਦੇ, ਹੁਣ ਲਾਲ ਰੰਗ ਦੇ ਪੱਤੇ ਆ, ਤਾਂ ਪੇੜ ਰੈੱਡ ਕਲਰ ਦੇ ਪੇੜ ਆ ਉੱਥੇ, ਤਾਂ ਉਹਨੂੰ ਆਪਾਂ ਕਹਿੰਦੇ ਆ ਰੈੱਡ ਫੋਰੈਸਟ। ਐਕਸਪਲੋਜਨ ਹੋਇਆ ਸੀ ਤਕਰੀਬਨ 1965 ਦੇ ਆਸ-ਪਾਸ ਤੇ ਹੁਣ ਤੁਸੀਂ ਦੇਖ ਲਓ 2020 ਚੱਲ ਰਹੀ ਹੈ, ਅੱਜ ਵੀ ਉਸ ਜਗ੍ਹਾ ਤੇ ਮਾਨਵ ਦਾ, ਬੰਦੇ ਦਾ ਜਾਣਾ ਨਾਟ ਅਲਾਉਡ ਹੈ। ਜੇ ਤੁਸੀਂ ਜੰਨੇ ਹੋ ਨਾ ਤਾਂ ਤੁਹਾਨੂੰ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਨਹੀਂ ਤਾਂ ਤੁਸੀਂ ਉਸ ਜੰਗਲ 'ਚ ਵੀ ਜਾ ਨਹੀਂ ਸਕਦੇ, ਬਿਕੋਜ਼ ਇਟ ਇਜ਼ ਦੈਟ ਡੇਂਜਰਸ। ਉੱਥੇ ਜਾਨਵਰ ਦੀ ਇਹੋ ਜਿਹੀਆਂ ਮਿਊਟੇਸ਼ਨ ਹੋ ਚੁੱਕੀਆਂ ਨੇ ਕਿ ਉੱਥੇ ਕਿਹੜਾ ਜਾਨਵਰ ਕਿਸ ਤਰ੍ਹਾਂ ਦਾ ਹੈ ਆਪਾਂ ਨੂੰ ਅੱਜ ਇਹ ਵੀ ਨਹੀਂ ਪਤਾ ਕਿ ਵਾਟ ਇਜ਼ ਹੈਪਨਿੰਗ ਦੇयर। ਕੱਲ ਤੁਸੀਂ ਕਹਿ ਦੋ ਵੀ ਉੱਥੇ ਸਾਨੂੰ ਇੱਕ ਕੁੱਤਾ ਮਿਲਿਆ ਸੀ, ਉਹਦੇ 5 ਟੰਗਾਂ ਸੀਗੀਆਂ, ਤਾਂ ਹੋ ਸਕਦੀਆਂ ਨੇ। ठीक है, चलो एनीवेज लेट अस मूव अहेड। तो दिस इज गामा रेडिएशन, इट इज वन ऑफ द वेरी डेंजरस रेडिएशंस जिस तो बंदा एक्चुअल च डरदा है, ਉਹ ਇਹਨਾਂ ਦੇ ਵਿੱਚੋਂ ਦੀ ਨਿਕਲਦੀਆਂ ਨੇ। ਹੁਣ ਆ ਗਿਆ ਆਪਣੇ ਕੋਲੇ ਬੀਟਾ ਰੇਡੀਏਸ਼ਨ। ਤਾਂ ਬੀਟਾ ਆਪਣੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਬੀਟਾ ਮਾਈਨਸ, ਇੱਕ ਬੀਟਾ ਪਲੱਸ। ਮੈਂ ਤੁਹਾਨੂੰ ਦੱਸਿਆ ਸੀ ਬੀਟਾ ਰੇਜ਼ ਆਰ ਦਾ ਸੀਰੀਜ਼ ਆਫ ਦੀ ਨਿਊਕਲੀਅਰ ਇਲੈਕਟ੍ਰॉन्स। ਨਿਊਕਲੀਅਸ ਦੇ ਵਿੱਚੋਂ ਦੀ ਇਲੈਕਟ੍ਰੋਨ ਨਿਕਲੂਗਾ ਤਾਂ ਆਪਾਂ ਉਹਨੂੰ ਬੀਟਾ ਮਾਈਨਸ ਕਵਾਂਗੇ। these electrons originate from the nucleus even when no electron is present in the nucleus। ਨਿਊਕਲੀਅਸ 'ਚ ਕੋਈ ਇਲੈਕਟ੍ਰੋਨ ਨਹੀਂ ਗਾ, ਲੇਕਿਨ ਫਿਰ ਵੀ ਨਿਊਕਲੀਅਸ ਦੇ ਵਿੱਚੋਂ ਦੀ ਇਲੈਕਟ੍ਰੋਨ ਬਾਹਰ ਆ ਰਿਹਾ ਹੈ। ਉਹ ਕਿੱਥੋਂ ਆ ਰਿਹਾ ਹੈ? ਆਹ ਰਿਐਕਸ਼ਨ ਮੈਂ ਤੁਹਾਨੂੰ ਸਭ ਤੋਂ ਪਹਿਲੀ ਵਾਰ ਕਿਹਾ ਸੀ ਵੀ ਆਹ ਯਾਦ ਕਰ ਲਓ, ਹੋਰ ਤੁਹਾਨੂੰ ਕੁਝ ਵੀ ਯਾਦ ਕਰਨ ਦੀ ਲੋੜ ਨਹੀਂ, ਕਿਉਂਕਿ ਇਹਦੇ ਨਾਲ ਤੁਹਾਡੇ ਬਹੁਤ ਸਾਰੀਆਂ ਚੀਜ਼ਾਂ ਸਮਝ ਲੱਗਦੀਆਂ ਨੇ ਆਪਾਂ ਨੂੰ। ਇਲੈਕਟ੍ਰੋਸਟੈਟਿਕਸ ਦੇ ਵਿੱਚ ਵੀ ਇਹ ਇਕੁਏਸ਼ਨ ਯੂਜ਼ ਹੁੰਦੀ ਹੈ, ਹੁਣ ਵੀ ਯੂਜ਼ ਹੋ ਰਹੀ ਹੈ, 2-3 ਚੈਪਟਰ ਹੋ ਰਿਹਾ ਉੱਥੇ ਵੀ ਇਹ ਇਕੁਏਸ਼ਨ ਰਿਪੀਟ ਹੋਊਗੀ। ਇਹਨੂੰ ਤਾਂ ਰੱਟਾ ਮਾਰ ਲਓ। ਸਪੌਂਟੇਨੀਅਸ ਹੈ, ਨਿਊਟਰੋਨ ਜਿਹੜਾ ਹੈ ਉਹ ਬ੍ਰੇਕ ਹੋ ਕੇ ਪ੍ਰੋਟੋਨ ਬਣ ਜਾਏਗਾ, ਤਾਂ ਐਟੋਮਿਕ ਮਾਸ ਤੇ ਦਾ ਕੋਈ ਚੇਂਜ ਨਹੀਂ ਹੋਇਆ। ਨਿਊਟਰੋਨ ਸਿਰਫ ਜਿਹੜਾ ਗ੍ਰੀਨ ਕਲਰ ਦਾ ਹੈਗਾ ਉਹ ਰੈੱਡ ਕਲਰ 'ਚ ਕਨਵਰਟ ਹੋ ਗਿਆ, ਸੋ ਐਟੋਮਿਕ ਮਾਸ 'ਚ ਕੋਈ ਕਨਵਰਟ ਨਹੀਂ ਹੋਇਆ, ਲੇਕਿਨ 1 ਇਲੈਕਟ੍ਰੋਨ ਇਜ਼ ਰਿਲੀਜ਼ਡ ਐਂਡ देयर इज अनदर ਪਾਰਟੀਕਲ ਵਿਚ ਇਜ਼ ਨੋਨ ਐਜ਼ ਐਂਟੀ ਨਿਊਟਰੀਨੋ। ਐਂਟੀ ਨਿਊਟਰੀਨੋ ਦਾ ਨਾ ਕੋਈ ਐਟੋਮਿਕ ਨੰਬਰ ਹੈ, ਨਾ ਕੋਈ ਮਾਸ ਹੈ, ਨਾਲੇ ਉਹਦੇ ਆ ਗਈ ਆਪਣੇ ਕੋਲੇ ਹੀਟ। ਤਾਂ ਹੀਟ ਇਜ਼ ਜਸਟ ਹੀਟ। ਓਕੇ, ਇਹ ਚੀਜ਼ ਹੈ। ठीक है बेटा। ਹੁਣ ਆ ਜਿਹੜਾ ਰਿਐਕਸ਼ਨ ਆ ਗਿਆ ਆਪਣੇ ਕੋਲੇ, ਇੱਥੋਂ ਦੀ ਮੇਰੇ ਕੋਲੇ ਇੱਕ ਨੈਗੇਟਿਵ ਆ ਗਿਆ, ਤਾਂ ਯੂ ਕੈਨ ਸੇ ਦੈਟ ਹੁਣ ਨੈਗੇਟਿਵ ਕਿੱਥੋਂ ਆ ਗਿਆ? ਇਹ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਆਪਾਂ ਨੇ ਰਿਐਕਸ਼ਨ ਨੂੰ ਦੇਖਣਾ। ਜਿਵੇਂ ਹੁਣ ਇੱਥੇ ਆ 1 ਆ ਗਿਆ ਤਾਂ 1 + 0 ਇਜ਼ 1, ਇੱਥੇ 0 ਹੈ ਤਾਂ 1 + -1 ਇਜ਼ ਇਕੁਅਲ ਟੂ 0। Because this particle is negatively charged, it has same charge and the mass as that of the electron, it was named electron only। ਤਾਂ ਇਹਨੂੰ ਆਪਾਂ ਇਲੈਕਟ੍ਰੋਨ ਹੀ ਕਹਿ ਦਿੰਦੇ ਆ। ਆਪਾਂ ਕਹਿ ਦਿੰਦੇ ਆ ਕਿ ਬੀਟਾ ਰੇਜ਼ ਦਾ ਕੀ ਮਤਲਬ ਹੈ? ਇੱਕ ਇਲੈਕਟ੍ਰੋਨ ਦੇ ਮਗਰ ਇੱਕ ਇਲੈਕਟ੍ਰੋਨ ਹੈ, ਉਹਦੇ ਮਗਰ ਇੱਕ ਇਲੈਕਟ੍ਰੋਨ ਹੈ, ਉਹਦੇ ਮਗਰ ਇੱਕ ਇਲੈਕਟ੍ਰੋਨ ਹੈ, ਸੀਰੀਜ਼ ਆਫ ਇਲੈਕਟ੍ਰੋਨਸ ਨੇ ਆਏ ਲਾਈਨ 'ਚ ਜਾ ਰਹੇ ਨੇ। ਇਹ ਬੀਮ ਬਹੁਤ ਜ਼ਿਆਦਾ ਖਤਰਨਾਕ ਹੈ। ਇਹ ਵੀ ਬੀਮ ਬੰਦੇ ਦੇ ਵਿੱਚੋਂ ਦੀ ਨਿਕਲ ਜੇ ਆਰ ਪਰ, ਤਾਂ ਬੰਦਾ ਦਾ ਇਹਦੇ ਨਾਲ ਵੀ ਠਾ ਹੋ ਸਕਦਾ, ਬੰਦੇ ਦਾ ਕੁਝ ਨਹੀਂ ਬਚਦਾ। ਹੁਣ ਦੇਖੋ ਇਹਦੇ ਵਿੱਚ ਵੀ ਆਪਣੇ ਕੋਲ ਇੱਕ ਨਿਊਕਲੀਅਰ ਰਿਐਕਸ਼ਨ ਦਾ ਆਪਣੇ ਕੋਲ ਇੱਕ ਐਗਜ਼ਾਮਪਲ ਹੈਗਾ ਕਿ ਦਿਸ ਇਜ਼ ਫਾਸਫੋਰਸ। 15 ਤੇ 32 ਜਿਵੇਂ ਆਪਾਂ ਲਿਖਿਆ, ਫਾਸਫੋਰਸ ਗॉट ਕਨਵਰਟਡ ਇਨਟੂ ਸਲਫਰ। ਐਟੋਮਿਕ ਮਾਸ ਨਹੀਂ ਚੇਂਜ ਹੋਇਆ, 32 ਦਾ 32 ਰਿਹਾ, ਲੇਕਿਨ ਐਟੋਮਿਕ ਨੰਬਰ ਚੇਂਜ ਹੋ ਗਿਆ। ਇੱਕ ਪ੍ਰੋਟੋਨ ਇਨਕਰੀਜ਼ ਹੋ ਗਿਆ, 15 ਤੋਂ 16 ਹੋ ਗਿਆ। ਆਪਣੇ ਕੋਲ ਇੱਕ ਇਲੈਕਟ੍ਰੋਨ ਮਾਈਨਸ ਹੋ ਗਿਆ। ਦਿਸ ਇਜ਼ ਬੀਟਾ ਨਾਓ। ਨਾਓ ਵੀ ਵਿਲ ਨਾਟ ਸੇ ਇਲੈਕਟ੍ਰੋਨ ਟੂ ਡਿਫਰੈਂਸ਼ੀਏਟ between atomic electron and a nuclear electron, we say that this is a beta particle, this is beta particle। ਤਾਂ ਇਹ ਆਪਣੇ ਕੋਲੇ beta particle ਬਣ ਗਿਆ। ਇਹ ਆਪਣੇ ਕੋਲੇ ਬਣ ਗਿਆ ਐਂਟੀ ਨਿਊਟਰੀਨੋ, ਤੇ ਇਹ ਆ ਗਿਆ ਆਪਣੇ ਕੋਲੇ ਹੀਟ। ਪੁਰਾਣੀ ਵਾਲੀਆਂ ਗੱਲਾਂ। atomic number has increased, atomic mass remains the same। atomic mass same ਹੈ, 15 ਤੋਂ 16 ਹੋ ਗਿਆ ਜੀ atomic number। नो टेंशन। छोटे छोटे रिएक्शन है, इन्हां नूं रट्टा मारना ही अपने कोले इकलौता लॉजिक है। देयर इज नथिंग एल्स दैट वी कैन डू। हाँ तो ठीक है।
ठीक है जी। चलो हुण आ गया अपने कोले बीटा प्लस। नाउ व्हाट इज हैपनिंग इन बीटा प्लस? बीटा प्लस च अपने कोले की हुंदा है, एक नवा पार्टिकल बन जाता है, इनू आपां बीटा पार्टिकल जिवें कहंदे, जिवें अपने कोल इलैक्ट्रॉन हुंदा ना, उवें एक पार्टिकल हुंदा जिहनूं आपां कहंदे आ पॉजिट्रॉन। लो जी हुण आपां नवीं जगह ते चल रहे हैं, ध्यान नाल। बीटा प्लस। नाउ व्हाट इज बीटा प्लस? प्रोटॉन हुण टुट के न्यूट्रॉन बन गया, न्यूट्रॉन टुट के प्रोटॉन बनया तो इलैक्ट्रॉन रिलीज होया, प्रोटॉन टुट के जे न्यूट्रॉन बनया तो पॉजिट्रॉन रिलीज होया। कौन चीज रिलीज हुई? की रिलीज होया बेटा? पॉजिट्रॉन। इनू आपां इलैक्ट्रॉन की समझ जगह नहीं की आया कहांगे? सर। बेटा देखो दो रिएक्शन है, दो रिएक्शन का मतलब है, एक रिएक्शन तो आ है जिहदे विच अपने कोले न्यूट्रॉन टुटिया, न्यूट्रॉन टुट के प्रोटॉन बन गया, आपां नूं की चीज मिल गई? इलैक्ट्रॉन। एंटी न्यूट्रिनो हीट। ते हुण तुसीं दूजे जिहड़ा रिएक्शन है उस दी आपां गल करके देखदे हां। हुण दूजे रिएक्शन की गल करो, आ सी अपने कोले प्रोटॉन, सोच के देखो तुसीं, आ सी हुण अपने कोले की चीज है? प्रोटॉन। प्रोटॉन टुट के न्यूट्रॉन बन गया, देखो न्यूट्रॉन तो पहला इत्थे किसी न्यूट्रॉन तो प्रोटॉन, हुण की है? प्रोटॉन तो न्यूट्रॉन। इलैक्ट्रॉन की जगह बन गया पॉजिट्रॉन, एंटी न्यूट्रिनो की जगह बन गया न्यूट्रिनो, ते हीट की जगह बन गई हीट। इज इट ओके? यस सर। है ना। देखो मैं तुहानूं कल कराया सी तां बीटा प्लस ते बीटा माइनस कह के करवाया सी, इनू आपां बीटा माइनस भी कह दिंदे आ ते इनू आपां बीटा प्लस भी कह सकते हैं। ਇਹਦਾ नाम एक अपने रखता पॉजिट्रॉन। ठीक है। ते इत्थे अपने कोले एंटी न्यूट्रिनो है, ते इत्थे अपने कोले की है? न्यूट्रिनो। बिल्कुल उल्टा, बिल्कुल उल्टा हो गया। प्रोटॉन तो न्यूट्रॉन बन गया, तो इलैक्ट्रॉन की जगह आ गया पॉजिट्रॉन, ते एंटी न्यूट्रिनो की जगह आ गया न्यूट्रिनो। बच्चे गल क्लियर होगी? हाँ जी सर। कि हजे भी नहीं हुई? दस दे मैनू, जे नहीं हुई तो बोल। होगी सर क्लियर। हाँ भी एनीबडी एल्स हैविंग प्रॉब्लम इन दिस? नथिंग। हुण देखो, हुण आपां जे इह रिएक्शन नूं देखीए ध्यान नाल, आपां इस कंक्लूजन ते पहुंचदे हां कि जी प्रोटॉन जिहड़ा सीगा रैड कलर दा जिहड़ा सीगा अपने कोले ओह ग्रीन कलर च कन्वर्ट हो गया। ठीक है। बट ਉਹਦੇ ਨਾਲ ਆਪਾਂ ਨੂੰ ਇੱਕ ਪੋਜ਼ਿਟਰੋਨ ਮਿਲਿਆ, ਤਾਂ ਮਤਲਬ ਹੁਣ ਜਿਹੜੀ ਆਪਣੇ ਕੋਲ ਰੇਜ਼ ਬਣਨਗੀਆਂ ਨਿਊਕਲੀਅਸ ਚੋਂ ਨਿਕਲਣਗੀਆਂ, ਲੇਕਿਨ ਉਹ ਸਾਰੀਆਂ ਪੋਜ਼ਿਟਿਵਲੀ ਚਾਰਜਡ ਹੋਣਗੀਆਂ। ਮਾਸ ਉਹਦਾ ਇਲੈਕਟ੍ਰੋਨ ਜਿੰਨਾ ਹੋਊਗਾ, ਚਾਰਜ ਵੀ ਇਲੈਕਟ੍ਰੋਨ ਜਿੰਨਾ ਹੋਊਗਾ, ਲੇਕਿਨ ਪੋਜ਼ਿਟਿਵ। ਇਹ ਤਾਂ ਨਵੀਂ ਕਹਾਣੀ ਹੋ ਗਈ। ਇਲੈਕਟ੍ਰੋਨ ਆ ਗਿਆ, ਪੋਜ਼ਿਟਿਵ ਚਾਰਜ ਵਾਲਾ ਇਲੈਕਟ੍ਰੋਨ ਆ ਗਿਆ, ਇਹਨੂੰ ਹੁਣ ਤੁਸੀਂ ਪ੍ਰੋਟੋਨ ਵੀ ਨਹੀਂ ਕਹਿਣਾ, ਕਿਉਂਕਿ ਇਹਦਾ ਮਾਸ ਇਲੈਕਟ੍ਰੋਨ ਜਿੰਨਾ ਮਾਸ ਹੈ। प्रोटॉन का मास अलग होंगे, इलैक्ट्रॉन का मास अलग होंगे। ये हैगा तो इलैक्ट्रॉन ही, लेकिन इलैक्ट्रॉन ते पॉजिटिव चार्ज है। रब की दुनिया बहुत भांते रंगां दी, कुछ भी हो सकता है। ठीक है। आप तो सिर्फ कहानी लिख सकते हैं कि जी आ चीज पाई गई है ना। तो अपने को आ गया पॉजिट्रॉन। हुण ये आ गया तुहाडे कोले बीटा प्लस। चलो जी हुण चलदे आपां इदों अगे। देखो ये आ हुण इस रिएक्शन ते ध्यान दो। हुण ये प्रोटॉन सीगा, इत्थे न्यूट्रॉन बन गया ते पॉजिट्रॉन आ गया। ऐ जा कोई न्यूक्लियर रिएक्शन भी दस ही दिओ। आ लो जी, आ सी सोडियम, सोडियम कन्वर्ट हो गया जी, आ बन गया नियॉन। 11 एटॉमिक नंबर तो 10 एटॉमिक नंबर ते चले गए, एटॉमिक मास चेंज नहीं होया। एटॉमिक मास कितना भी हो सकता है, अगे पिछे होता रहता है, लेकिन एटॉमिक नंबर के चेंज होने नाल आपां एलीमेंट चेंज समझते हैं कि जो एटॉमिक नंबर चेंज हो गया तो एलीमेंट चेंज हो गया। सोडियम तो चेंज हो गया, आप नियोन च चले गए, सोडियम तो चेंज होके नियोन च चले गए, तो एक इलैक्ट्रॉन आ गया अपने को, लेकिन इलैक्ट्रॉन आ गया पॉजिटिव। ਇਹਦਾ भाई अपने को पॉजिट्रॉन रिलीज हो गया ਇੱਥੇ। ਤੇ ਆ ਕੀ ਚੀਜ਼ ਹੈ? ਨਿਊਟਰੀਨੋ। ਹੁਣ ਇਹਨੂੰ ਐਂਟੀ ਨਿਊਟਰੀਨੋ ਨਹੀਂ ਕਹਿਣਾ, ਨਿਊਟਰੀਨੋ। ਤੇ ਹੀਟ ਤਾਂ ਆਪਣੇ ਕੋਲੇ ਪਹਿਲਾਂ ਵੀ ਮਿਲੀ ਸੀ, ਹੀਟ ਆਪਾਂ ਨੂੰ ਹੁਣ ਵੀ ਮਿਲੇਗੀ। ਦੱਸੋ ਬੇਟਾ ਜੀ, ਗੱਲ ਕਲੀਅਰ ਹੋ ਗਈ? यस सर। है ना। ये तो अपना बिल्कुल कल वाला काम ही है, कल भी अपने आही चीज़ां कीतियां सी सारियां, इस करके देयर इज नॉट मच डिफरेंस इन दिस। तो यू नो दिस थिंग वेरी ईजीली। ठीक है ना। तो ये आपां नूं पता लग गया।
अल्फा पार्टिकल करता, गामा करता, उदों तो बीटा प्लस ते बीटा माइनस करता। ठीक है, तो अज का अपना जिहड़ा काम सी वो खत्म हो गया, मतलब ये शीट खत्म हो गई अपनी। वेट ए मिनट, यही करके हो जाएगा। लो जी, ये आ गई अपनी हुण नवी शीट। टाइम कितना हो गया, पहले तो आप ये चीज़ देखांगे, 12 बजे, चलो अजे होर भी टाइम हैगा। चलो जी, हुण आपां स्टार्ट करते हैं रेडियो एक्टिव डीके लॉ। हुण ये आपां नूं पुराने वाली चीज़ जिहड़ी तुहानूं मैं रेडियो एक्टिविटी करवाई सी पहलां, आ इत्थे आपां रेडियो एक्टिविटी कीती सी, आ कीता सी बेटा, ਇਹਦੇ ਵਿੱਚ ਆਪਾਂ रेडियो एक्टिव डीके लॉ कीता सी। ठीक है, तो ये नाल आपां ने कीता सीगा एक्टिविटी, आ वाला फार्मूला, ये दो फार्मूले कीते सी। नाउ वी आर टेकिंग दिस टू फार्मूलाज फरदर अहेड। ओके, हुण देखदे हां भी आपां नूं की होऊगा। हुण आ चीज़ अपने कोल आ गई रेडियो। हुण एक्चुअल तुहाडा चैप्टर आपां शुरू कीता, जिहदे विच न्यूमेरिकल पार्ट अपने कोल आउणगे। इहदे विच न्यूमेरिकल पार्ट आएगा पूरा। बड़े ध्यान नाल पढ़ना है, बहुत मजेदार चीज़ है, जे समझ लग गई तो मजा आ जाऊगा। लो जी, हुण देखो रेडियो एक्टिव डीके डायग्राम तुहाडे सामने हैगा। आ चीज़ देखो, आ डायग्राम बनया होया है। ठीक है, इस पॉइंट ते मेरे को 100% यूरेनियम है। मान लिता जाए मेरे को यूरेनियम है, ते आ ग्रे कलर का जिहड़ा ना मेरे को ये डॉटर आइसोटोप लिखिया है, तो इनू आपां लिखता, इनू आपां लिखता मान लो थोरियम। आइसोटोप नहीं लिखना इनू, थोरियम। ठीक है ना, ये थोरियम बन गया, क्योंकि मैं आई एम टेकिंग सम अदर एग्जांपल। तो यूरेनियम जिहड़ा है उन्हें अल्फा पार्टिकल रेडिएट किया, तो उन्हें आपदे आप नूं कन्वर्ट करता किसी होर चीज़ दे विच, तो रैड कलर पार्टिकल इज नाउ गेटिंग कन्वर्टेड इनटू ग्रे। रेड इज गेटिंग कन्वर्टेड इनटू ग्रे, रैड अपना ग्रे कलर दे विच कन्वर्ट हो रहा। तो ये जिहड़ी अपने कोल चीज़ है, हुण आपां इस चीज़ नूं ध्यान च रखना। इस पॉइंट ते आपां t इज इक्वल टू 0 लैके चले आ बेटा, ग्राफ नूं मैं समझा रहा पहला। तो इत्थे अपने कोल की हो गया, 100% यूरेनियम है, धीरे धीरे यूरेनियम अपने कोल कन्वर्ट हो गया। आफ्टर सम टाइम हाफ नंबर ऑफ न्यूक्लियस ग्रे ने ते 50% रेड ने, जमा इक्वल नंबर ऑफ पार्टिकल्स रेड ने, इक्वल नंबर ऑफ पार्टिकल ग्रे ने। तो इस पॉइंट ते अपने कोल हाफ है बई, अद्धा ए ते अद्धा ओ। जो आप इतों अगे चले ना, वो होर भी ज्यादा अद्धा हो गया। मतलब हुण अपने कोले रेड कलर सिर्फ 1/4 पार्टिकल बचे, 3/4 पार्टिकल तुहाडे ग्रे हो चुके ने। उदों अगे चलते आफ्टर सम टाइम, ਜਦੋਂ तक इत्थे पहुंचे ना, ये 1/8 हो गया। बस इन्हां चीज़ों नूं ही आपां समझांगे कि ये किवें हो रहा है। पहला तो मैं तुहानूं ओवरव्यू देता कि वट इज हैपनिंग। हुण आपां इदों अगे चलते हैं कि की चीज़ आपां ने करनी है। देखो रेडियो एक्टिव डीके लॉ अपना कहता है कि n इज इक्वल टू n0 इंटू ई रेज टू पावर माइनस लैम्डा टी। ਇਹਦਾ मतलब है फ्रॉम दिस फॉर्मूला वी कैन फाइंड नंबर ऑफ न्यूक्लियाई लेफ्ट। ਆਪਾਂ ने नंबर ऑफ न्यूक्लियाई लेफ्ट ਆਪਾਂ ने पता कर लिया कि किन्ने न्यूक्लियाई रह गए। मतलब रैड न्यूक्लियाई की गल हो रही है भी किन्ने रैड न्यूक्लियाई अपने कोले बचे हुए। ओके, दैट इज n इज इक्वल टू n0 इंटू ई रेज टू पावर माइनस गामा टी लैम्डा टी। पता ही है पहला कितना सी रेडियो एक्टिविटी, ਉਹਦੇ ਵਿੱਚ एक्टिविटी ਦਾ ਦਿੱਤਾ ਸੀ ਆ। ਇਹ ਕੀ ਸੀਗਾ ਕਿ ਕਿੰਨੀ ਸਪੀਡ ਤੇ ਆਪਣੇ ਨਿਊਕਲੀਅਸ ਬ੍ਰੇਕ ਹੋ ਰਹੇ ਨੇ। ਤਾਂ ਤੁਸੀਂ ਕਹਤਾ ਵੀ ਸਟਾਰਟਿੰਗ ਤਾਂ ਇੰਨੇ ਨਿਊਕਲੀਅਸ ਬ੍ਰੇਕ ਹੋ ਰਹੇ ਸੀ ਪਰ ਸੈਕਿੰਡ, ਹੁਣ ਆਪਣੇ ਕਿੰਨੇ ਨਿਊਕਲੀਅਸ ਬ੍ਰੇਕ ਹੋ ਰਹੇ। ਇਹ ਦੋ ਫਾਰਮੂਲੇ ਤਾਂ ਆਪਾਂ ਪਹਿਲਾਂ ਹੀ ਕੀਤੇ ਹੋਏ ਆ। ਹੁਣ ਚੱਲਦੇ ਆਪਾਂ ਇਹ ਤੋਂ ਅੱਗੇ। ਨਾਓ ਆਪਾਂ ਨੂੰ ਪ੍ਰੋਬਲਮ ਇੱਥੇ ਆਈ ਕਿ ਜੇ ਮੈਂ ਤੁਹਾਨੂੰ ਪੁੱਛਾਂ ਕਿ ਆਪਣੇ ਕੋਲ ਨੰਬਰ ਆਫ ਨਿਊਕਲੀਆਈ ਕਿੰਨੇ ਹੈ, ਤੁਸੀਂ ਕਹਾਂ ਜੀ ਮੇਰੇ ਕੋਲੇ 100 ਨਿਊਕਲੀਆਈ ਹੈਗੇ ਆ, ਤਾਂ ਮੈਂ ਤੁਹਾਨੂੰ ਪੁੱਛਾਂ ਕਿ ਯਾਰ ਆਹ ਵਾਲਾ ਜਿਹੜਾ ਨਿਊਕਲੀਆਈ ਨਾ, ਆਹ ਵਾਲਾ ਇਹ ਕਿੰਨੇ ਟਾਈਮ ਬਾਅਦ फट जाएगा, ये किन्ने टाइम बाद टुट जाऊगा, मर जाऊगा, खत्म हो जाऊगा। तुसीं मैनूं की कहोगे? तुसीं कहोगे यार पता नहीं, ये तां आपदी मर्जी नाल मर रहे ने। हुण जे मैं तुहानूं इहदे विच्चों दी मान लो मैं आह वाला चूज कर लैंदा तां तुसीं कहना सी यार आह वाला तां इत्थे बचिया होया, आ हुण भी बचिया होया, आ हुण भी बचिया होया। ये तां बचे होया सारे दे सारे।
2 मिनट बेटा, एक ना सर का फोन आई जाता। ओ ठीक है, हाफ लाइफ ਹੁਣ ਇਹਨੂੰ ਚੀਜ਼ ਨੂੰ ਆਪਾਂ ਸਮਝਾਂਗੇ। ਦੇਖੋ n is equal to n0 into e raised to power minus lambda t। n ਦੀ ਜਗ੍ਹਾ ਆਪਾਂ n0 by 2 ਪੁੱਟ ਕਰਤਾ ਕਿ ਮੇਰੇ ਕੋਲੇ ਨੰਬਰ ਆਫ ਪਾਰਟੀਕਲ 100 ਸੀਗੇ, ਹੁਣ 50 ਰਹਿਣੇ ਚਾਹੀਦੇ ਆ। ਆਪਾਂ ਨੇ ਇਹਦੇ ਵਿੱਚ ਵੈਲਿਊ ਪੁੱਟ ਕਰਤੀ, ਇੱਥੇ n0 ਆ ਗਿਆ, n0 ਕੈਂਸਲ, ਆ ਚੀਜ਼ ਬਣ ਗਈ। ਫਿਰ ਮੈंने log ਲੈ ਲਿਆ। ਇਹ ਮੈਂ ਤੁਹਾਨੂੰ ਦੱਸਤਾ ਕਿ log ਜਦੋਂ ਆਪਣੇ ਕੋਲੇ ਹਾਫ ਹੋਵੇ, this can be written as minus of log 2। मैंने इन्हों log 2 minus of log 2 करता, e अपने को हट गया, ये माइनस लैम्डा t आ गया, माइनस ना माइनस कट गया। सो t हाफ इज इक्वल टू बच्चों डाउट कोई दसो। हाँ भाई कोई डाउट नहीं? नो सर। चलो ਹੁਣ ਇਦੋਂ ਆਪ ਦੇਖਦੇ ਹਾਂ। ਹੁਣ ਦੇਖੋ, ਹੁਣ ਇਹ ਟੀ ਹਾਫ ਦਾ ਬੇਸਿਕਲੀ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਯਾਰ ਤੁਹਾਡੇ ਕੋਲੇ ਜਿੰਨੇ ਪਾਰਟੀਕਲ ਹੈਗੇ, ਮੰਨ ਲਓ ਮੇਰੇ ਕੋਲੇ ਟੀ ਹਾਫ ਦੀ ਮੈਂ ਵੈਲਿਊ ਫਾਈਂਡ ਕੀਤੀ ਤੇ ਉਹ ਕਿਸੇ ਸੈਂਪਲ ਵਾਸਤੇ ਨਾ 1 ਈਅਰ ਆ ਗਿਆ, ਬਈ 1 ਸਾਲ ਬਾਅਦ ਜਾਂ 1 ਘੰਟਾ ਲਾ ਲਓ, 1 ਘੰਟੇ ਬਾਅਦ ਜਦੋਂ ਤੁਸੀਂ ਮਿਲੇ, ਤੁਸੀਂ ਦੇਖਿਆ ਤਾਂ ਤੁਹਾਡਾ ਉਹ ਮਟੀਰੀਅਲ ਅੱਧਾ ਹੀ ਰਹਿ ਗਿਆ, ਬਾਕੀ ਅੱਧਾ ਖਰਾਬ ਹੋ ਗਿਆ। ਹੁਣ ਇਹ ਕਿਵੇਂ ਹੋਇਆ? ਇਹਦਾ ਮਤਲਬ ਇਹ ਹੈ ਕਿ ਮੇਰੇ ਕੋਲ ਇੱਥੇ 100 ਪਾਰਟੀਕਲ ਸੀਗੇ ਤਾਂ ਮੇਰੇ ਕੋਲ ਇੱਥੇ 50 ਰਹਿ ਗਏ, ਤੇ ਜੇ ਮੈਂ 50 ਸ਼ੁਰੂ ਹੀ 50 ਤੋਂ ਕਰਾਂ, ਫਿਰ ਜੇ ਮੇਰੇ ਕੋਲ ਸਟਾਰਟਿੰਗ 'ਚ 50 ਹੀ ਸੀਗੇ, ਮੰਨ ਲਓ 100 ਨਹੀਂ ਸੀ 50 ਹੀ ਸੀ, ਫਿਰ ਵੀ ਤੁਸੀਂ ਇਹੀ ਕਹੋਗੇ ਕਿ ਸਰ 1 ਘੰਟੇ ਬਾਅਦ ਜਦੋਂ ਆਓਗੇ ਨਾ ਉਦੋਂ 25 ਮਿਲਣਗੇ। ਆਪਣੇ ਕੋਲ ਆ 50 ਸੀ, 1 ਘੰਟੇ ਬਾਅਦ ਆਏ, ਆਪਾਂ ਨੂੰ 25 ਮਿਲੇ। ਟਾਈਮ ਕਿੰਨਾ ਲੰਘ ਗਿਆ? ਇੱਥੇ ਵੀ 1 ਘੰਟਾ, ਇੱਥੇ ਵੀ 1 ਘੰਟਾ, ਉਦੋਂ ਬਾਅਦ 25 ਸੀਗੇ, ਹੁਣ 1 ਘੰਟੇ ਬਾਅਦ ਵਾਪਿਸ ਆਏ ਤਾਂ ਤੁਸੀਂ ਦੇਖਿਆ ਕਿ ਬਾਈ ਜੀ ਹੁਣ ਤਾਂ ਮੇਰੇ ਕੋਲੇ 12.5 ਹੀ ਰਹਿ ਗਿਆ, ਅੱਧੇ ਹੋਰ ਖਤਮ ਹੋ ਗਏ। बेटा जी गल क्लियर होगी? ठीक है ना? दिस इज टी हाफ। ठीक, हुण आपां चलदे हां इदों अगे। ठीक है, हुण एक फार्मूला अपने कोले बन गया। हुण आपां ने एक नवा फार्मूला क्रिएट करना है, इहनूं नहीं पढ़ना तुसीं। आ देखो, रिलेशन बिटवीन नंबर ऑफ न्यूक्लियाई लेफ्ट एंड द नंबर ऑफ हाफ लाइव्स गॉन। हुण एक फार्मूला आपां नवा बनाउण लगे हां बेटा। मेन फार्मूला अपना आ वाला है, जिन्होंने तुसीं कदे नहीं भुलना, सारी थ्योरी इहदे विच्चों डेवलप होएगी। बट एक फार्मूला होर हैगा जिहड़ा अपने वास्ते बहुत काम दा है। देखो इत्थे अपने कोले 1 सीगा, इत्थे अपने कोले अद्धा हो गया, इत्थे अपने कोले 1/4 हो गए, हुण अपने कोले 1/8 हो गए। ठीक है, तो अपने को नंबर ऑफ न्यूक्लियर बचे किन्ने? इत्थे जे मैं गल करा तो नंबर ऑफ न्यूक्लियर मेरे को बच गए n0/8। तो इनू मैं की लिख सकदा? n0 इंटू 1/2 दी पावर 3। देखो 3 हाफ लाइफ टप गया, 1 2 3, 3 टपियां तो 1/8 हो गया। तो वी कैन हैव दिस फॉर्मूला n0 हाफ, टोटल टाइम कितना सीगा ते तुहाडा हाफ लाइफ कितनी सी ते n। अपने कोले एक जनरल फार्मूला बन गया विच इज वेरी इंपॉर्टेंट। इनू लिख लो बेटा एक बार, n इज इक्वल टू n0 इंटू हाफ रेज टू पावर t डिवाइडेड बाय t हाफ। बेटा गल क्लियर होगी? आ देखो मैं इत्थे करके दिखाया, जो मेरा टी हाफ टप गया, एन मेरे पास बचे हुए कितने हैं? n0/2 बचे हुए हैं। अगर मैं एक और टी हाफ निकाल देता हूं तो n0/4 बचे हुए हैं। तो मैंने वहां से ये वाला फार्मूला ड्राइव किया और उसको ये लिख लिया, इसका कोई अलग से डेरिवेशन नहीं है, यही है डेरिवेशन। ये फार्मूला आपका ऐसा फार्मूला है जो आपको आगे तक यूज करना पड़ेगा। n इज इक्वल टू n0 हाफ। ओ मेरा टाइम बहुत कम रह गया, ठीक है ना, मैं यहां पर छोड़ रहा हूं, आप लोग दोबारा से सेम लिंक पर ज्वाइन कर लो एक बार। ठीक है, मैं इसको कट ऑफ कर रहा हूं, एक बार दोबारा ज्वाइन कर लो आप।